ਸਤਿ ਸ਼੍ਰੀ ਅਕਾਲ ਦੋਸਤੋ। ਸਪਾਊਸ ਵੀਜ਼ਾ ਸ਼ੁਰੂ ਤੋਂ ਹੀ ਆਲਮੋਸਟ ਸਾਰੇ ਕੰਟਰੀਜ਼ ਨੂੰ ਅਟਰੈਕਟ ਕਰਦਾ ਰਿਹਾ ਔਰ ਹਮੇਸ਼ਾ ਅਸੀਂ ਇਹੋ ਜਿਹੇ ਸਮਾਜ ਵਿੱਚ ਚੱਲ ਗਏ ਆ। ਸਾਡੀ ਟਰਾਂਸਫਾਰਮੇਸ਼ਨ ਇਦਾਂ ਦੀ ਹੋ ਗਈ ਆ ਕਿ ਜਿਹਦੇ ਵਿੱਚ ਅਸੀਂ ਹਮੇਸ਼ਾ ਇਹ ਸੋਚਦੇ ਆ ਕਿ ਅਗਰ ਸਾਡਾ ਬੱਚਾ ਖੁਦ ਪੜ੍ਹਾਈ ਨਹੀਂ ਕਰ ਸਕਦਾ ਤਾਂ ਕਿਸੇ ਨਾਲ ਵਿਆਹ ਕਰਕੇ ਚੱਲ ਜਾਵੇ। ਦੋਸਤੋ, ਮੇਰਾ ਨਾਮ ਅਰਵਿੰਦਰਪਾਲ ਸਿੰਘ ਹੈ। ਮੈਂ ਰਾਇਲ ਟਰੈਵਲਸ ਤੋਂ ਆਲਮੋਸਟ 20-21 ਸਾਲ ਤੋਂ ਸਰਵਿਸ ਦੇ ਰਿਹਾ ਔਰ ਜੋ ਲੋਕ ਮੈਨੂੰ ਨਹੀਂ ਜਾਣਦੇ, मैं एज ए वीज़ा कंसल्टेंट बहुत लंबे समय तो काम करते हैं और तकरीबन समय समय के उपर तुहानूं अपडेट्स दिंदा रहना। और अगर तुसीं इहो जी वीडियो रेगुलर चाहुंदे हो तुसीं काइंडली सबसक्राइब करो और बैल आइकन नूं क्लिक करो ताकि तुहानूं रेगुलर अपडेट्स मिलदियां रहन। सो दोस्तों, किसी जमाने च वट्टे दा साग हुंदा सी। वट्टे दा साग शायद नवीं जनरेशन नूं नहीं पता, पर वो हुंदा सी कि एक कुड़ी लै लो एक दे दो। ये बहुत देर कैनेडा दे विच चलदा भी रहा। सो ਅੱਜ ਜਿਹੜਾ ਮੇਜਰ ਮੁੱਦਾ ਆ ਉਹ ਬੇਸਿਕਲੀ ਯੂਕੇ ਦੇ ਵਿੱਚ ਜਿਹਨੂੰ ਲੈ ਕੇ ਬਹੁਤ ਸਾਰੇ ਮਿਥ ਨੇ, ਬਿਕੋਜ਼ ਯੂਕੇ ਅਗੇਨ ਨਵਾਂ ਸਟਾਰਟ ਹੋਇਆ ਔਰ ਬਹੁਤ ਸਾਰੇ ਲੋਕਾਂ ਨੂੰ ਸਟਿਲ ਇਦਾਂ ਦੀਆਂ ਫੀਲਿੰਗ ਆ ਵੀ ਸ਼ਾਇਦ ਅਸੀਂ ਸਪਾਊਸ ਦੇ ਉੱਪਰ ਚੱਲ ਜਾਾਂਗੇ, ਸਪਾਊਸ ਵੀਜ਼ਾ ਦੇ ਉੱਪਰ ਚੱਲ ਜਾਾਂਗੇ। ਸੋ ਸਪਾਊਸ ਵੀਜ਼ਾ ਬੇਸਿਕਲੀ ਮਤਲਬ ਹੋਰ ਹੈ, ਬਟ ਸਾਡੇ ਸਮਾਜ ਦੇ ਵਿੱਚ ਸਪਾਊਸ ਵੀਜ਼ਾ ਦਾ ਮਤਲਬ ਸਿਰਫ ਪੜ੍ਹਾਈ ਦੇ ਨਾਲ ਜਿਹੜਾ ਲਾਈਕ ਐਡ ਆਨ ਕਰਕੇ ਜਾਂਦਾ ਆ ਉਹਨੂੰ ਮੰਨਿਆ ਜਾਂਦਾ। ਸੋ ਕੈਨੇਡਾ ਨੇ ਸਾਨੂੰ ਚੰਗਾ ਸਾਥ ਦਿੱਤਾ ਹੈ। ਕੈਨੇਡਾ ਦੇ ਵਿੱਚ ਤੁਸੀਂ ਇੱਕ ਵੀਜ਼ਾ ਲੈ ਲਓ, ਪੂਰੇ ਪਰਿਵਾਰ ਦੇ ਵੀਜ਼ੇ ਲੈਣੇ ਸੌਖੇ ਹੁੰਦੇ ਨੇ ਤਕਰੀਬਨ। ਸੋ ਕੈਨੇਡਾ ਵਰਲਡ ਕਮਿਊਨਿਟੀ ਦੇ ਵਿੱਚ ਇਸ ਤਰੀਕੇ ਨਾਲ ਜਾਂਦਾ ਕਿ ਯੂ ਬਾਈ ਵਨ ਵੀਜ਼ਾ ਯੂ ਗੈਟ ਅਦਰ ਫ੍ਰੀ। ਸੋ ਐਗਜ਼ੈਕਟਲੀ ਇਹਦਾ ਮਤਲਬ ਇਦਾਂ ਦਾ ਹੀ ਹੈ ਕਿ ਤੁਸੀਂ ਇੱਕ ਵੀਜ਼ਾ ਲੈ ਲਓ ਕਿਸੇ ਤਰੀਕੇ ਨਾਲ, ਸੋ ਦੂਸਰਾ ਜਾਂ ਅੱਗੇ ਪਰਿਵਾਰ ਦਾ ਵੀਜ਼ਾ ਥੋੜੇ ਆਸਾਨ ਰਹਿੰਦੇ ਨੇ। ਸੋ ਅਸੀਂ ਸਪੈਸੀਫਿਕਲੀ ਗੱਲ ਕਰਦੇ ਹਾਂ ਹੁਣ ਇੰਗਲੈਂਡ ਦੀ। ਇੰਗਲੈਂਡ, ਯੂਕੇ, ਯੈਸ ਯੂਕੇ ਬੇਸਿਕਲੀ 4 ਕੰਟਰੀਜ਼ ਦਾ ਸਮੂਹ ਹੈ ਜਿਹਦੇ 'ਚ ਨਦਰਨ ਆਇਰਲੈਂਡਸ ਆ, ਵੇਲਸ ਆ, ਸਕਾਟਲੈਂਡ ਆ ਤੇ ਇੰਗਲੈਂਡ ਆ। ਸੋ ਸਭ ਦੇ ਜਿਹੜੇ ਫੈਡਰਲ ਲਾਜ਼ ਨੇ ਉਹ ਇੱਕੋ ਹੀ ਨੇ। ਅਗਰ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਤੁਹਾਡੇ ਕੋਲ ਜਿਹੜਾ ਮੇਨ ਐਪਲੀਕੈਂਟ ਆ ਉਹ ਘੱਟੋ ਘੱਟ ਮਾਸਟਰਸ ਡਿਗਰੀ ਲਈ ਜਾ ਰਿਹਾ ਹੋਵੇ। ਹਾਂ, ਅਗਰ +2 ਵਾਲਾ ਬੱਚਾ ਸਪਾਊਸ ਦੇ ਉੱਪਰ ਜਾ ਰਿਹਾ ਤੇ ਉਹਦੇ ਵਿੱਚ ਸਪਾਊਸ ਵੀਜ਼ਾ ਪੋਸੀਬਲ ਨਹੀਂ ਹੈ। ਸੋ ਬਹੁਤ ਸਾਰੇ ਜਿਹੜੇ ਭੁਲੇਖੇ ਨੇ ਉਹ ਕੱਢ ਦੋ ਬਾਹਰ, ਬਿਕੋਜ਼ ਅਗਰ +2 ਵਾਲੇ ਬੱਚੇ ਦੇ ਨਾਲ ਮੈਰਿਜ ਹੋ ਕੇ ਤੁਸੀਂ ਜਿੰਨੀਆਂ ਮਰਜ਼ੀ ਫਾਰਮੈਲਿਟੀਜ਼ ਪੂਰੀਆਂ ਕਰ ਲਓ, ਅਗਰ ਵੀਜ਼ਾ ਪਹਿਲੀ ਗੱਲ ਆਏਗਾ ਨਹੀਂ, ਪਹਿਲੀ ਗੱਲ ਯੂਨੀਵਰਸਿਟੀ ਅਪਰੂਵ ਨਹੀਂ ਕਰੇਗੀ ਇਸ ਸਪਾਊਸ ਕੇਸ ਨੂੰ। ਅਗਰ ਯੂਨੀਵਰਸਿਟੀ ਕਿਸ ਤਰ੍ਹਾਂ ਤੁਸੀਂ ਕਰਕੇ ਕੁਝ ਕਰ ਵੀ ਲਿਆ, ਸਟਿਲ ਉਸ ਤੋਂ ਬਾਅਦ ਅੰਬੈਸੀ ਦੇ ਵਿੱਚ ਇਹਦਾ ਵੀਜ਼ਾ ਹੋਣਾ ਬਹੁਤ ਮੁਸ਼ਕਲ ਹੈ। ਅਗਰ ਹੋਏਗਾ ਵੀ ਤੇ ਉਹ ਟੂਰਿਸਟ ਵੀਜ਼ਾ ਹੋਏਗਾ ਔਰ ਟੂਰਿਸਟ ਵੀਜ਼ੇ ਦੀਆਂ ਆਪਣੀਆਂ ਸ਼ਰਤਾਂ ਨੇ, ਬਿਕੋਜ਼ ਇੱਥੇ ਤੁਸੀਂ ਸਿਰਫ ਜਿਹੜੇ ਪੁਆਇੰਟਸ ਪੂਰੇ ਕਰਨੇ ਨੇ ਸਪਾਊਸ ਵੀਜ਼ਾ ਦੇ ਵਿੱਚ, ਉਹ ਤੁਸੀਂ ਜਿਹੜੇ 40 ਪੁਆਇੰਟਸ ਆ ਉਹੀ ਪੂਰੇ ਕਰਨੇ ਨੇ। ਫੰਡਿੰਗ ਹੈ, ਮੇਨਟੇਨੈਂਸ ਹੈ ਔਰ ਇੱਕ ਜਿਹੜੀ ਤੁਹਾਡੇ ਕੋਲ ਕੈਸ਼ ਲੈਟਰ ਦੇ ਯੂਨੀਵਰਸਿਟੀ ਦੇ ਜਿਹੜੇ ਪੁਆਇੰਟਸ ਨੇ 30 ਪੁਆਇੰਟ ਉਹ ਆ। ਸੋ ਬਿਲਕੁਲ ਮੈਥਮੈਟੀਕਲ ਫਾਰਮੂਲੇ ਦੇ ਨਾਲ ਵੀਜ਼ਾ ਚੱਲ ਰਿਹਾ ਹੈ, ਪਰ ਜਿਹੜੀਆਂ ਸਾਡੀਆਂ ਅਜ਼ੰਪਸ਼ਨਸ ਨੇ ਉਹ ਇਹਨੂੰ ਕਿਤੇ ਦਾ ਕਿਤੇ ਲੈ ਕੇ ਜਾ ਰਹੀਆਂ ਨੇ। ਸੋ ਅਗਰ ਮੇਨ ਐਪਲੀਕੈਂਟ ਜਾਂ ਜਿਹਨੇ ਵੀ ਪੜ੍ਹਾਈ ਕਰਨ ਜਾਣਾ ਹੈ ਉਹ ਘੱਟੋ ਘੱਟ ਗ੍ਰੈਜੂਏਟ ਹੈ ਤੇ ਸਪਾਊਸ ਵੀਜ਼ਾ ਸਿਰਫ ਤਾਂ ਸੋਚੋ ਇਹਦੇ ਬਾਰੇ, ਇਸ ਤੋਂ ਥੱਲੇ ਸੋਚੋ ਹੀ ਮਤ। ਔਰ ਤਾਂ ਹੀ ਅਗਰ ਤੁਹਾਡੇ ਕੋਲ ਸਪਾਊਸ ਵੀਜ਼ਾ ਜਾਏਗਾ, ਜਿਹੜਾ ਸਪਾਊਸ ਹੈ ਨਾਲ ਜਾਏਗਾ, ਉਹਨੂੰ ਉੱਥੇ ਜਾ ਕੇ ਵਰਕਿੰਗ ਰਾਈਟਸ ਨੇ। ਔਰ ਸ਼ਾਇਦ ਸਟੂਡੈਂਟਸ ਨੂੰ ਨਹੀਂ ਪਤਾ, ਸਟੂਡੈਂਟਸ ਦੇ ਕੋਲ ਵੀ ਫੁੱਲ ਟਾਈਮ ਵਰਕਿੰਗ ਰਾਈਟਸ ਹੁੰਦੇ ਨੇ। ਜਿੱਦਾਂ ਅੱਜ ਕੱਲ੍ਹ ਕਲਾਸਿਸ ਆਨਲਾਈਨ ਲੱਗ ਰਹੀਆਂ, ਜਿਹੜੇ ਬੱਚੇ ਉੱਥੇ ਨੇ ਜਿਨ੍ਹਾਂ ਦੇ ਕਾਲਜ ਜਾਂ ਯੂਨੀਵਰਸਿਟੀ ਨਹੀਂ ਜਾ ਰਹੇ, ਉਹ ਇਸ ਟਾਈਮ ਫੁੱਲ ਟਾਈਮ ਕੰਮ ਕਰਨਾ ਅਲਾਉਡ ਹੈ ਉਹਨਾਂ ਨੂੰ। ਸੋ ਜਨਰਲੀ 20 ਘੰਟੇ ਕੰਮ ਕਰਨਾ ਅਲਾਉਡ ਹੁੰਦਾ, ਬਟ ਜਦੋਂ ਤੁਹਾਡੀ ਬ੍ਰੇਕ ਹੈ, ਬ੍ਰੇਕ ਦੇ ਵਿੱਚ ਸਟੂਡੈਂਟਸ ਨੂੰ ਵੀ 40 ਘੰਟੇ ਕੰਮ ਕਰਨਾ ਅਲਾਉਡ ਹੈ। ਔਰ ਜਿਹੜਾ ਸਪਾਊਸ ਹੈ, ਸਪਾਊਸ ਨੂੰ ਇਸ ਟਾਈਮ 40 ਆਵਰਸ ਅਲਾਉਡ ਨੇ, ਫੁੱਲ ਟਾਈਮ ਜਿਹਨੂੰ ਅਸੀਂ ਵਰਕ ਪਰਮਿਟ ਕਹਿੰਦੇ ਉਹ ਅਲਾਉਡ ਹੈ। ਸੋ ਇਹ ਅਪਰਚੂਨਿਟੀ ਹੋ ਸਕਦੀ ਹੈ, ਬਟ ਨਾਲ ਦੀ ਨਾਲ ਜਿਨ੍ਹਾਂ ਨੂੰ ਪਤਾ ਨਹੀਂ ਹੈ, ਜਿਨ੍ਹਾਂ ਨੂੰ ਨੌਲੇਜ ਘੱਟ ਹੈ, ਜਿਨ੍ਹਾਂ ਨੇ ਰਿਸਰਚ ਨਹੀਂ ਕੀਤੀ, ਉਹਨਾਂ ਲਈ ਡਿਜ਼ਾਸਟਰ ਵੀ ਹੋ ਸਕਦਾ ਹੈ। ਸੋ ਡਿਜ਼ਾਸਟਰ ਨਾ ਬਣੇ, ਇਸ ਕਰਕੇ ਤੁਹਾਨੂੰ ਪਹਿਲਾਂ ਆਗਾਹ ਕਰ ਰਿਹਾ ਕਿ ਇੰਗਲੈਂਡ ਦੇ ਵਿੱਚ ਗ੍ਰੈਜੂਏਟ ਲੈਵਲ ਤੋਂ ਥੱਲੇ ਸਪਾਊਸ ਵੀਜ਼ਾ ਨਹੀਂ ਲੱਗਦਾ। ਸੋ ਕੈਨੇਡਾ ਦੇ ਵਿੱਚ ਇਹ ਚੀਜ਼ ਦੀ ਪੋਸੀਬਿਲਿਟੀ ਹੈਗੀ ਹੈ ਕਿ ਇੱਕ ਹੋਰ ਭੁਲੇਖਾ ਹੈ ਸਭ ਦੇ ਮਨ ਦੇ ਵਿੱਚ ਕਿ ਸ਼ਾਇਦ ਜਿਹੜੇ ਅਗਰ ਅਸੀਂ ਸਪਾਊਸ ਜਾਵਾਂਗੇ, ਬੇਬੀ ਇੰਗਲੈਂਡ ਦੇ ਵਿੱਚ ਕਰਾਂਗੇ, ਅਗਰ ਸਾਡੇ ਬੱਚੇ ਦੀ ਡਿਲੀਵਰੀ ਉੱਥੇ ਹੋਏਗੀ ਤੇ ਸ਼ਾਇਦ ਉਹਦੇ ਨਾਲ ਹੀ ਸਾਨੂੰ ਸਿਟੀਜ਼ਨਸ਼ਿਪ ਮਿਲ ਜੇਗੀ। ਇਹ ਵੀ ਸਰਾਸਰ ਗਲਤ ਧਾਰਨਾ ਹੈ। ਸੋ ਇਹ ਸਮਝੋ ਕਿ ਸਿਰਫ 1-2 ਮੁਲਕ ਨੇ ਜਿਨ੍ਹਾਂ ਦੇ ਵਿੱਚ ਤੁਸੀਂ, ਅਗਰ ਅਮਰੀਕਾ ਇਜ਼ ਦਾ ਓਨਲੀ ਕੰਟਰੀ ਜਿੱਥੇ ਤੁਸੀਂ, ਸ਼ਾਇਦ ਕੈਨੇਡਾ ਵੀ, ਜਿੱਥੇ ਅਗਰ ਬੱਚਾ ਬੌਰਨ ਹੁੰਦਾ ਹੈ, ਡਿਲੀਵਰ ਹੁੰਦਾ ਆ, ਉਹ ਇਕਲੌਤਾ ਮੁਲਕ ਹੈ ਜਿਹੜਾ ਉਹਨੂੰ ਇਮੀਡੀਏਟਲੀ ਉੱਥੋਂ ਦਾ ਪਾਸਪੋਰਟ ਦਿੰਦਾ ਹੈ। ਇਸ ਤੋਂ ਇਲਾਵਾ ਤੁਸੀਂ ਜਿਹੜੀ ਨੈਸ਼ਨੈਲਿਟੀ ਪੇਰੈਂਟਸ ਦੀ ਹੁੰਦੀ ਹੈ, ਹਾਂ ਅਗਰ ਤੁਸੀਂ ਇੰਡੀਅਨ ਸਿਟੀਜ਼ਨਸ਼ਿਪ ਆ ਤੁਹਾਡੇ ਕੋਲ
ਤੇ ਤੁਹਾਡੇ ਬੱਚੇ ਨੂੰ ਵੀ ਇੰਡੀਅਨ ਐਮਬੈਸੀ ਤੋਂ ਇੰਡੀਅਨ ਪਾਸਪੋਰਟ ਹੀ ਮਿਲੇਗਾ। ਉਹਦਾ ਪਲੇਸ ਆਫ ਬਰਥ ਸਿਰਫ ਇੰਗਲੈਂਡ ਹੋ ਸਕਦਾ ਹੈ, ਇਸ ਤੋਂ ਇਲਾਵਾ ਕੁਝ ਨਹੀਂ। ਸੋ ਖਿਆਲ ਰੱਖੋ, ਜਿਹੜੇ ਇਸ ਤਰੀਕੇ ਦੇ ਸਬਜ਼ ਬਾਗ ਆ ਜਾਂ ਇਸ ਤਰੀਕੇ ਦੀਆਂ ਕਹਾਣੀਆਂ ਜਿਹੜੀਆਂ ਅਸੀਂ ਬਣਾ ਕੇ ਜਾ ਰਹੇ ਹਾਂ, ਬਿਕੋਜ਼ ਪਿੰਡੋਂ ਪਿੰਡੀ ਵਿਚੋਲਾ ਫਿਰ ਰਿਹਾ, ਕੋਈ ਕਿਸੇ ਦਾ ਸਾਕ ਕਿਸੇ ਨਾਲ ਕਰਾ ਰਿਹਾ, ਸੋ ਅਸੀਂ ਮਤਲਬ ਬਹੁਤ ਦੂਰ ਤੱਕ ਨਿਕਲ ਆਏ ਆ ਇਹਦੇ ਵਿੱਚ। ਸੋ ਹੁਣ ਵੱਟੇ ਦੇ ਸਾਕ ਜਿਹੜੇ ਨੇ ਉਹ ਮੁਲਕਾਂ ਦੇ ਵਿੱਚ ਹੁੰਦੇ ਆ ਕਿ ਸਾਡਾ ਇੱਕ ਬੱਚਾ ਉੱਥੇ ਹੈ ਜੀ, ਇੱਕ ਇੱਥੇ ਹੈ, ਤੁਸੀਂ ਉਹਨੂੰ ਲਿਆਓ, ਅਸੀਂ ਇਹਨੂੰ ਲੈ ਜਾਾਂਗੇ। ਸੋ ਸਾਡੀ ਜਨਰੇਸ਼ਨਸ ਨੇ ਬਹੁਤ ਦੂਰ ਤੱਕ ਸਟੋਰੀਜ਼ ਲਾਈਆਂ ਨੇ, ਔਰ ਇਸੇ ਕਰਕੇ ਅੰਬੈਸੀਜ਼ ਵੀ ਸਾਡੇ ਨਾਲ ਉੱਦਾਂ ਦਾ ਡਿਫੈਂਸਿਵ ਹੋ ਕੇ ਚੱਲ ਰਹੀਆਂ ਨੇ। ਸੋ ਦੋਸਤੋ, ਅਗਰ ਤੁਸੀਂ ਸਹੀ ਜਾਣਕਾਰੀ ਚਾਹੀਦੀ ਹੈ, ਜਾਣਕਾਰੀ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ। ਜਾਣਕਾਰੀ ਲੈ ਕੇ ਜਾਓਗੇ ਤੁਹਾਨੂੰ ਸਾਡੇ ਵਰਗੇ ਲੋਕਾਂ ਦੇ ਭਾਸ਼ਣ ਸੁਣਨੇ ਨਹੀਂ ਪੈਣਗੇ। ਜਾਣਕਾਰੀਆਂ ਲੱਭਣਾ ਕੋਈ ਮੁਸ਼ਕਲ ਨਹੀਂ ਹੈ। ਪੜ੍ਹੇ ਲਿਖੇ ਲੋਕ ਹੋ ਤੁਸੀਂ, ਕੋਈ ਵੀ ਜਾਣਕਾਰੀ ਚਾਹੀਦੀ ਤੁਸੀਂ ਕਿਸੇ ਵੀ YouTube ਚੈਨਲ ਤੇ ਜਾਓ, ਕਿਸੇ ਵੀ Facebook ਤੇ ਜਾਓ, ਹਰ ਅਫੀਸ਼ੀਅਲ VFS ਸੈਂਟਰਸ ਨੇ, ਅੰਬੈਸੀਜ਼ ਦੀਆਂ ਸਾਈਟਸ ਨੇ, ਇਮੀਗ੍ਰੇਸ਼ਨ ਦੀਆਂ ਸਾਈਟਸ ਨੇ, ਫੈਡਰਲ ਲਾਅ ਪੂਰੀ ਤਰ੍ਹਾਂ ਐਕਸਪਲੇਨਡ ਨੇ। ਸੋ ਤੁਹਾਡੇ ਲਈ ਕੋਈ ਜਾਣਕਾਰੀ ਇਕੱਠੀ ਕਰਨਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ, ਬਟ ਜਦੋਂ ਅਸੀਂ ਸਿਰਫ ਸੁਣੀਆਂ ਸੁਣਾਈਆਂ ਵਿੱਚ ਜਾਵਾਂਗੇ ਤਾਂ ਉਹ ਸਾਨੂੰ ਖਮਿਆਜੇ ਬਹੁਤ ਦੂਰ ਤੱਕ ਭੁਗਤਣੇ ਪੈਣਗੇ। ਸੋ ਦੋਸਤੋ, UK ਵੰਡਰਫੁਲ ਓਪਰਚੁਨਿਟੀ ਦੇ ਰਿਹਾ। UK ਹਾਲੇ ਵੀ ਜਿਹੜੇ ਮੁਲਕਾਂ ਨੇ ਖੁੱਲ੍ਹਣਾ ਆ, ਜਿਹੜੇ ਮੁਲਕਾਂ ਨੇ ਓਪਨ ਅਪ ਹੋਣਾ ਆ, ਉਹਨਾਂ ਦੇ ਵਿੱਚੋਂ ਸਭ ਤੋਂ ਮੋਹਰਲੀ ਕਤਾਰ ਦੇ ਵਿੱਚ ਹੈ। ਔਰ UK ਨੇ ਰੀਇੰਬਰਸਮੈਂਟ ਦੇ ਵਿੱਚ ਵੀ ਜਿਹੜੇ ਆਪਣੇ ਸਿਟੀਜ਼ਨਸ ਆ, ਜਿਹੜੇ ਆਪਣੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ, ਉਹਦੇ ਵਿੱਚ ਵੀ UK ਬਹੁਤ ਅੱਗੇ ਰਿਹਾ ਹੈ। ਹੁਣੇ 22 ਜੂਨ ਨੂੰ ਰੀਸੈਂਟਲੀ ਹੁਣੇ UK ਨੇ ਅਨਾਉਂਸ ਕੀਤਾ ਆ ਕਿ ਓਬਵੀਅਸਲੀ ਉਹ ਜਿਹੜੀਆਂ ਸਹੂਲਤਾਂ ਨੇ ਉਹ ਕੰਟੀਨਿਊ ਕਰਨਗੇ, ਬਹੁਤ ਜਲਦੀ ਉਹ ਖੁੱਲ ਰਹੇ ਨੇ। ਸੋ ਜਿਹੜੀ ਆਉਣ ਵਾਲੀ ਇਨਟੇਕ ਆ ਉਹਦੇ ਵਿੱਚ ਉਹ ਪ੍ਰੋਪਰਲੀ ਸਾਰੀਆਂ ਤਿਆਰੀਆਂ ਕਰ ਰਹੇ ਨੇ। ਔਰ ਇੱਥੋਂ ਤੱਕ ਹੈ ਕਿ ਅਗਰ ਜਿਹੜੇ ਸਟੂਡੈਂਟਸ ਆਨਲਾਈਨ ਪੜ੍ਹਨਾ ਚਾਹੁੰਦੇ ਆ, ਉਹਨਾਂ ਦੀ ਐਜੂਕੇਸ਼ਨ ਨੂੰ ਵੀ ਫੁੱਲੀ ਕੰਸੀਡਰ ਕੀਤਾ ਜਾਊਗਾ। ਇਹ ਪਹਿਲਾਂ ਇੰਗਲੈਂਡ ਦੇ ਵਿੱਚ ਨਹੀਂ ਸੀਗਾ, ਇਹ ਪਹਿਲਾਂ ਕੈਨੇਡਾ ਨੇ ਅਪਰੂਵ ਕੀਤਾ ਸੀ। ਹੁਣ ਇੰਗਲੈਂਡ ਨੇ ਮੈਨੂੰ ਮਾਨਤਾ ਦਿੱਤੀ ਹੈ ਕਿ ਅਗਰ ਸਟੂਡੈਂਟ ਆਲਰੇਡੀ ਪੜ੍ਹਾਈ ਕਰ ਰਿਹਾ ਤੇ ਉਹਨੂੰ ਉਹਦੀ ਐਜੂਕੇਸ਼ਨ ਨੂੰ ਮੰਨਿਆ ਜਾਏਗਾ। ਬਿਕੋਜ਼ UK ਦਾ ਐਜੂਕੇਸ਼ਨ ਸਿਸਟਮ ਬਹੁਤ ਵੰਡਰਫੁਲ ਹੈ। ਯੂਨੀਵਰਸਿਟੀ ਸੱਚੀ ਬਹੁਤ ਵੱਡੀਆਂ, ਬਹੁਤ ਰਿਸਪੈਕਟੇਬਲ ਔਰ ਬਹੁਤ ਹਿਊਜ ਨੇ। ਸੋ UK ਇਜ਼ ਅ ਸੀਰੀਅਸ ਐਜੂਕੇਸ਼ਨ। ਅਗਰ ਇੰਗਲੈਂਡ ਜਾ ਰਹੇ ਹੋ, ਅਗਰ ਸਪਾਊਸ ਦੇ ਨਾਲ ਵੀ ਜਾ ਰਹੇ ਹੋ, ਤੇ ਜਿਹੜੀ ਤੁਹਾਡੀ ਟਿਊਸ਼ਨ ਫੀਸ ਹੈ ਉਹ ਨਾਰਮਲੀ 10 ਤੋਂ 15,000 ਪਾਉਂਡ ਇੱਕ ਸਾਲ ਦੀ ਫੀਸ ਹੈ। ਅਗਰ ਉਹਨੂੰ ਇੱਥੇ ਗੁਣਾ ਕਰੋਗੇ ਤਾਂ 10 ਤੋਂ 15 ਲੱਖ ਰੁਪਈਆ ਹੈ। ਸੋ ਇਹ ਕੋਈ ਛੋਟਾ ਅਮਾਉਂਟ ਨਹੀਂ ਹੈਗਾ। ਤੁਸੀਂ ਜਾ ਕੇ ਇਹ ਖਰਚੇ ਕੱਢ ਵੀ ਸਕਦੇ ਹੋ, ਤੁਸੀਂ ਜਾ ਕੇ ਕਮਾ ਕੇ ਫੀਸਾਂ ਦੇ ਵੀ ਸਕਦੇ ਹੋ, ਬਟ ਬਹੁਤ ਜ਼ਿਆਦੀਆਂ ਐਕਸਪੈਕਟੇਸ਼ਨਸ ਰੱਖਣੀਆਂ ਕਿ ਅਸੀਂ, ਬਿਕੋਜ਼ ਇੱਥੇ ਕਈ ਯੂਨੀਵਰਸਿਟੀਜ਼ ਬਹੁਤ ਘੱਟ ਫੀਸ ਲੈ ਕੇ ਜਾਣ ਦੇ ਰਹੀਆਂ ਨੇ, ਬਟ ਤੁਸੀਂ ਹਮੇਸ਼ਾ ਉਸ ਝੰਜਟ ਤੋਂ ਬਾਹਰ ਨਿਕਲਣਾ ਹੈ, ਉਸ ਮਾਇਆ ਜਾਲ ਤੋਂ ਬਾਹਰ ਨਿਕਲਣਾ ਹੈ ਜਿਹਦੇ 'ਚ ਇਹ ਲਿਖਿਆ ਹੈ ਜੀ 2 ਲੱਖ ਦਿਓ ਜੀ, 4 ਲੱਖ ਦਿਓ ਜੀ, 10 ਲੱਖ ਦਿਓ ਜੀ। ਗੈਟ ਟੂ ਨੋ ਯੂਰ ਫੀ, ਐਗਜ਼ੈਕਟਲੀ ਯੂਨੀਵਰਸਿਟੀ ਦੀ ਫੀਸ ਕੀ ਹੈ, ਤੁਸੀਂ ਕਿੰਨੀ ਪੇ ਕਰਕੇ ਜਾ ਰਹੇ ਹੋ। ਨਾਰਮਲੀ ਯੂਨੀਵਰਸਿਟੀਜ਼ 3 ਤੋਂ 6,000 ਪਾਉਂਡ ਦੇ ਕਰੀਬ ਇਨੀਸ਼ੀਅਲ ਡਿਪੋਜ਼ਿਟ ਲੈਂਦੀਆਂ ਨੇ। ਸੋ ਮੋਟਾ ਜਿਹਾ ਹਿਸਾਬ, ਅਗਰ 3,000 ਪਾਉਂਡ ਲੈ ਰਹੀਆਂ ਨੇ ਤੇ 3 ਲੱਖ ਦੇ ਆਸ-ਪਾਸ ਹੋ ਗਿਆ, ਅਗਰ 6,000 ਪਾਉਂਡ ਲੈ ਰਹੀਆਂ ਨੇ ਤੇ 6 ਲੱਖ ਦੇ ਆਸ-ਪਾਸ ਹੋ ਗਿਆ। ਸੋ ਇਹ ਕਾਫੀ ਨਹੀਂ ਆ। ਤੁਹਾਨੂੰ ਇਹ ਜਾਣਨਾ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡਾ ਬੈਲੈਂਸ ਕਿੰਨਾ ਪਿਆ ਆ। ਸੋ ਜਿਹੜੀ ਅਗਰ ਤੁਹਾਡੀ 12,000 ਪਾਉਂਡ ਫੀਸ ਪੇ ਕੀਤੀ ਸੀ, ਅਗਰ ਸਿਰਫ 3,000 ਪਾਉਂਡ ਪੇ ਕੀਤੀ ਤੁਸੀਂ 12,000 ਟਿਊਸ਼ਨ ਫੀਸ ਦੇ ਵਿੱਚੋਂ, ਤੇ 9,000 ਪਾਉਂਡ ਇਜ਼ ਸਟਿਲ ਪੈਂਡਿੰਗ। ਸੋ ਉਹਨਾਂ ਕਹਾਣੀਆਂ ਤੋਂ ਬਾਹਰ ਆਓ। ਨੋ ਯੂਰ ਪ੍ਰੋਗਰਾਮ, ਕਿਹੜੀ ਪੜ੍ਹਾਈ ਲਈ ਚੱਲੇ ਹੋ, ਕਿਹੜਾ ਕੋਰਸ ਹੈ, ਕਿਹੜਾ ਪ੍ਰੋਗਰਾਮ ਹੈ। ਔਰ ਕਿਸੇ ਵੀ ਯੂਨੀਵਰਸਿਟੀ ਵਿੱਚ ਅਪਲਾਈ ਕਰਨਾ ਅੱਜ ਕੱਲ੍ਹ ਵਾਕਈ ਸਟੂਡੈਂਟਸ ਨੂੰ ਟਾਈਮ ਲੱਗਦਾ ਆ। ਔਰ ਇਸ ਸਮੇਂ ਨੂੰ ਮਤ ਗਵਾਓ। ਇਹ ਤੁਹਾਡੇ ਕੋਲ ਫ੍ਰੀ ਟਾਈਮ ਹੈ, ਜਿਹੜਾ ਕੋਵਿਡ ਜਾਂ ਐਪੀਡੈਮਿਕ ਦਾ ਜਿਹੜਾ ਟਾਈਮ ਹੈ, ਇਸ ਸਮੇਂ ਨੂੰ ਯੂਟਿਲਾਈਜ਼ ਕਰੋ, ਆਪਣੀ ਐਪਲੀਕੇਸ਼ਨਸ ਨੂੰ ਕਨਵਰਟ ਕਰੋ ਤਾਂ ਕਿ ਉਹ ਯੂਜ਼ਫੁਲ ਜਿਹੜੀਆਂ ਆਫਰਸ ਆ ਸਕਣ। ਔਰ ਅਗਰ ਤੁਸੀਂ ਆਫਰ ਲੈਟਰ ਵਾਲਾ ਜਿਹੜਾ ਪੜਾਅ ਪਾਰ ਕਰ ਲਿਆ, ਉਸ ਤੋਂ ਬਾਅਦ ਕੈਸ਼ ਵਾਲਾ ਜਾਂ ਪ੍ਰੀ ਕੈਸ਼ ਵਾਲਾ ਜਿਹੜਾ ਪੜਾਅ ਆ ਉਹ ਵੀ ਤੁਹਾਡੇ ਲਈ ਸੌਖਾ ਹੋਏਗਾ। ਸੋ ਉਹ ਜਿਹੜਾ ਸਮਾਂ ਜਿਹੜਾ 2-2 3-3 ਮਹੀਨੇ ਦਾ ਲੱਗਦਾ ਯੂਨੀਵਰਸਿਟੀ ਵਾਲਾ, ਉਹ ਸਮਾਂ ਤੁਸੀਂ ਹੁਣ ਐਗਜ਼ੈਕਟਲੀ ਹੁਣ ਯੂਟਿਲਾਈਜ਼ ਕਰ ਸਕਦੇ ਹੋ। ਸੋ ਅਗਰ ਤੁਸੀਂ ਆਪਣੇ ਕਰੀਅਰਸ ਨੂੰ ਲੈ ਕੇ ਸੀਰੀਅਸ ਹੋ, ਅਗਰ ਤੁਸੀਂ ਵਾਕਿਆ ਹੀ ਚਾਹੁੰਦੇ ਹੋ ਕਿ ਇਸ ਸਮੇਂ ਦੇ ਵਿੱਚ ਤੁਹਾਡੇ ਲਈ ਕੋਈ ਬਿਹਤਰ ਹੋਵੇ, ਤੇ ਰਿਸਰਚ ਕਰੋ, ਪੜ੍ਹੋ, ਔਰ ਨਵੇਂ ਜਿੰਨੇ ਰੂਲਸ ਆ ਉਹ ਸਾਰੇ ਲੱਭੋ। ਔਰ ਅਗਰ ਕੋਈ ਚੀਜ਼ ਨਹੀਂ ਪਤਾ ਲੱਗਦੀ, ਮੇਰੇ ਨਾਲ ਗੱਲਬਾਤ ਕਰੋ। royaltravels.com ਦੇ ਉੱਪਰ ਤੁਸੀਂ ਜਾ ਕੇ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। 9268 ਦੇ ਉੱਪਰ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਜਿਸ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਚਾਹੀਦੀ ਆ ਉਹ ਅਸੀਂ ਤੁਹਾਨੂੰ ਪੂਰੀ ਮੁਹੱਈਆ ਕਰਾਵਾਂਗੇ। ਔਰ ਤੁਹਾਡੀਆਂ ਜਿੰਨੀਆਂ ਐਪਲੀਕੇਸ਼ਨਸ ਨੇ ਉਹ ਸਾਰੀਆਂ ਫ੍ਰੀ ਆਫ ਕਾਸਟ ਅਸੀਂ ਪ੍ਰੋਸੈਸ ਕਰ ਰਹੇ ਹਾਂ। ਹਾਂ, ਬਿਲਕੁਲ ਫ੍ਰੀ ਆਫ ਕਾਸਟ, ਤਾਂ ਕਿ ਤੁਹਾਨੂੰ, ਅਗਰ ਤੁਸੀਂ ਆਪਣੇ ਸੁਪਨੇ ਸਾਕਾਰ ਕਰਨੇ ਚਾਹੁੰਦੇ ਹੋ, ਅਸੀਂ ਉਹਦੇ ਵਿੱਚ ਸਾਥੀ ਹੋਈਏ ਤੁਹਾਡੇ। ਸੋ ਦੋਸਤੋ, ਅਗਰ ਤੁਹਾਨੂੰ ਵੀਡੀਓ ਪਸੰਦ ਆਏ ਨੇ, ਤੁਸੀਂ ਇਹਨਾਂ ਨੂੰ ਕਾਈਂਡਲੀ ਸ਼ੇਅਰ ਕਰੋ ਔਰ ਆਪਣੇ ਸਾਥੀਆਂ ਨੂੰ ਦੱਸੋ। ਔਰ
ਅਗਰ ਹੋ ਸਕਦਾ ਕਿ ਜਿੰਨੀਆਂ ਕਿ ਜਾਣਕਾਰੀਆਂ ਜਾਂ ਜਿੰਨੀਆਂ ਤੁਹਾਨੂੰ ਹੋਰ ਵੀ ਜਾਣਕਾਰੀਆਂ ਚਾਹੀਦੀਆਂ ਤੁਸੀਂ ਥੱਲੇ ਮੈਸੇजेस ਵਿੱਚ ਲਿਖ ਸਕਦੇ ਹੋ ਔਰ ਨੈਕਸਟ ਵੀਡੀਓਜ਼ ਵਿੱਚ ਅਸੀਂ ਉਹਨਾਂ ਇਨਫੋਰਮੇਸ਼ਨ ਨੂੰ ਵੀ ਇਨਕਲੂਡ ਕਰਾਂਗੇ ਜੋ ਤੁਹਾਡੇ ਤੱਕ ਕਦੀ ਨਹੀਂ ਪਹੁੰਚੀ। ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਜੀ।